ਹੁਣ ਇਹ ਪੇਸ਼ੈਂਟ ਦਾ ਰਿਜ਼ਲਟ ਪੂਰੇ 1 ਸਾਲ ਬਾਅਦ ਆਇਆ ਹੈ। 1 ਸਾਲ ਤੱਕ ਇਹ ਪੇਸ਼ੈਂਟ ਨੇ ਜੋ ਵੀ ਐਡਵਾਈਸ ਨੂੰ ਦਿੱਤੀ ਸੀ, ਦਵਾਈ ਦੀ, ਫੋਲੋਅਪ ਕੇਅਰ ਦੀ, ਜਿੰਨਾ ਕੁਝ ਵੀ ਦੱਸਿਆ ਸੀ ਉਹਨੇ ਪੂਰਾ 100% ਕੀਤਾ ਹੈ। ਇਸ ਕਰਕੇ ਇੰਨੀ ਮਿਹਨਤ ਬਾਅਦ ਉਹਦਾ ਇਹ ਰਿਜ਼ਲਟ ਆਇਆ ਹੈ। अगर तुम सोचते हो कि सिर्फ डॉक्टर के चंगे हेयर ट्रांसप्लांट करने नाल ही साडा रिजल्ट इहो जिहा आएगा, तुसीं बड़े वड्डे भुलेखे चो। हेयर ट्रांसप्लांट बॉल्डनेस वास्ते हुंदा है ज़्यादातर, और बॉल्डनेस एक जेनेटिक बीमारी है। DHT हार्मोन जिहड़ा हुंदा है वो तुहाडे वालां ते असर करदा है और तो वो वाले वालां नूं खराब कर दिंदा है। और ये हेयर ट्रांसप्लांट दे नाल नहीं रुकदी, DHT दा असर बनिया रहिंदा है। हुण तुसीं अगर हेयर ट्रांसप्लांट करा लो, चलो तुहाडा पहलां 6 महीने, साल, 1.5 साल, 2 साल बहुत वधिया रिजल्ट सी, पर हौली हौली ਤੁਹਾਡੇ ਇੱਕ ਤੇ ਬਾਕੀ ਦੇ ਵਾਲ ਔਰ ਦੂਜੇ ਜਿਹੜੇ ਟ੍ਰਾਂਸਪਲਾਂਟਡ ਵਾਲ ਵੀ ਨੇ ਉਹ ਪਤਲੇ ਹੁੰਦੇ ਜਾਣਗੇ। ਅਗਰ ਤੁਸੀਂ ਸ਼ੁਰੂ 'ਚ ਆਫਟਰ ਕੇਅਰ ਠੀਕ ਤਰ੍ਹਾਂ ਨਹੀਂ ਕੀਤੀ, ਅਗਰ ਤੁਸੀਂ ਸ਼ੁਰੂ 'ਚ ਡਾਕਟਰ ਦਾ ਕਹਿਣਾ ਨਹੀਂ ਮੰਨਿਆ, ਅਗਰ ਤੁਸੀਂ ਜੋ ਦਵਾਈਆਂ ਲਿਖੀਆਂ ਨੇ 6 ਮਹੀਨੇ ਜਾਂ 1 ਸਾਲ ਨਹੀਂ ਖਾਧੀਆਂ, ਕਈ ਵਾਰ ਜ਼ਿਆਦਾ ਦੇਰ ਵੀ ਖਾਣੀਆਂ ਪੈਂਦੀਆਂ ਨੇ, ਅਗਰ ਤੁਸੀਂ ਇਹ ਸਭ ਨਹੀਂ ਕੀਤਾ ਤਾਂ ਗਾਰੰਟੀਡ ਹੈ ਕਿ ਤੁਸੀਂ 1 ਤੋਂ 3 ਸਾਲਾਂ ਬਾਅਦ ਪਛਤਾਓਗੇ ਕਿ ਤੁਸੀਂ हेयर ट्रांसप्लांट ਕਰਵਾਇਆ। ਇਹ ਪੇਸ਼ੈਂਟ ਦਾ ਹੁਣ ਰਿਜ਼ਲਟ ਦੇਖੋ। ਇਸ ਪੇਸ਼ੈਂਟ ਵਾਸਤੇ ਅਸੀਂ ਅਰਾਊਂਡ 3500 ਸਕੈਲਪ ਗ੍ਰਾਫਟਸ ਐਂਡ ਅਬਾਊਟ 1200 ਗ੍ਰਾਫਟਸ ਬੋਡੀ ਚੋਂ ਲਏ ਸੀਗੇ, ਜੋ ਕਿ ਜ਼ਿਆਦਾਤਰ ਬੀਅਰਡ ਚੋਂ ਲਏ ਗਏ ਸੀ। ਪੂਰੀ ਹੇਅਰਲਾਈਨ, ਟੈਂਪਲ ਪੁਆਇੰਟਸ, ਮਿਡ ਸਕੈਲਪ ਐਂਡ ਈਵਨ ਦ ਕਰਾਊਨ ਏਰੀਆ ਹੈਜ਼ ਬੀਨ ਕਵਰਡ ਕੁਆਇਟ ਵੈਲ। हेयर ट्रांसप्लांट सिर्फ 50%, हेयर ट्रांसप्लांट सिर्फ 50% एफर्ट है। बाकी 50% एफर्ट ये तुहाडी है कि तुसीं दवाई लैंदे हो कि नहीं लैंदे, तुसीं डॉक्टर की सलाह मनदे हो कि नहीं मनदे। क्योंकि हेयर ट्रांसप्लांट का रिजल्ट आ जाएगा, उन्होंने बना के रखना ਸਭ ਤੋਂ ਵੱਡੀ ਚੈਲੰਜ ਹੈ। ਤੁਸੀਂ ਕਿਤੇ ਜਾਓਗੇ 에ਅਰਪੋਰਟ ਤੇ, ਬੱਸ ਸਟੈਂਡ ਤੇ, ਰੇਲਵੇਜ਼ ਦੇ ਵਿੱਚ, ਕਿਤੇ ਮਾਰਕੀਟ ਵਿੱਚ, ਕਈ ਲੋਕਾਂ ਨੂੰ ਵੀ ਤੁਸੀਂ ਜਾਣਦੇ ਹੋਗੇ, ਤੁਹਾਡੇ ਰਿਸ਼ਤੇਦਾਰ ਹੋਣਗੇ, ਫਰੈਂਡਸ ਹੋਣਗੇ, ਕੁਲੀਗਸ ਹੋਣਗੇ ਐਟ ਵਰਕ ਪਲੇਸ, ਜਿਨ੍ਹਾਂ ਦੇ ਸਿਰਫ ਟ੍ਰਾਂਸਪਲਾਂਟਡ ਵਾਲ ਹੀ ਰਹਿ ਗਏ, ਬਾਕੀ ਸਾਰੇ ਵਾਲ ਚਲੇ ਗਏ। ਹੁਣ ਦੇਖੋ, ਤੁਸੀਂ ਅਗਰ ਉਹੋ ਜਿਹਾ ਰਿਜ਼ਲਟ ਚਾਹੁੰਦੇ ਹੋ ਤੇ ਦਵਾਈ ਨਾ ਖਾਓ। ਅਗਰ ਤੁਸੀਂ ਇਹੋ ਜਿਹਾ ਰਿਜ਼ਲਟ ਚਾਹੁੰਦੇ ਹੋ ਜਿਸ ਤਰ੍ਹਾਂ ਦਾ ਇਹ ਪੇਸ਼ੈਂਟ 'ਚ ਹੈਗਾ ਹੈ, ਬੋਲਡਨੈਸ ਰੁਕ ਗਈ ਦਵਾਈਆਂ ਕਰਕੇ, ਫਿਰ ਤੁਹਾਨੂੰ ਡਾਕਟਰ ਦੀ ਐਡਵਾਈਸ ਮੰਨਣੀ ਪਏਗੀ। ਮੇਰੇ ਹਿਸਾਬ ਨਾਲ ਤੇ हेयर ट्रांसप्लांट ਕਰਾਉਣ ਦਾ ਫਾਇਦਾ ਕੋਈ ਨਹੀਂ ਹੈ। ਅਗਰ ਤੁਹਾਡੀ ਬੋਲਡਨੈਸ ਪ੍ਰੋਗਰੈਸ ਕਰ ਰਹੀ ਹੈ, ਤੁਸੀਂ हेयर ट्रांसप्लांट ਕਰਾ ਲੈਂਦੇ ਹੋ ਔਰ ਕੋਈ ਦਵਾਈ ਨਹੀਂ ਲੈਂਦੇ। ਅਗਰ ਤੁਸੀਂ ਆਪਣੀ ਜੈਨੇਟਿਕਸ ਨੂੰ ਕੰਟਰੋਲ ਨਹੀਂ ਕਰਦੇ, हेयर ट्रांसप्लांट ਇਜ਼ ਆਫ ਨੋ ਯੂਜ਼ ਵਾਟਸਐਵਰ। ਪਲੀਜ਼ ਡੂ ਨਾਟ ਗੋ ਔਨ ਦਿਸ ਪਾਥ। ਸੋ ਕਿਹੜੀਆਂ ਉਹ ਮੈਡੀਸਿਨਸ ਨੇ ਜਿਹੜੀਆਂ ਲੈਣੀਆਂ ਜ਼ਰੂਰੀ ਨੇ? ਅਗਰ ਤੁਸੀਂ ਬੋਲਡਨੈਸ ਦੇ ਨਾਲ ਪੀੜਿਤ ਹੋ, ਅਗਰ ਤੁਸੀਂ ਮੇਲ ਪੈਟਰਨ ਬੋਲਡਨੈਸ ਦੇ ਪੇਸ਼ੈਂਟ ਹੋ, ਫਿਰ ਤੁਹਾਨੂੰ DHT ਬਲੋਕਰ ਲੈਣਾ ਬਹੁਤ ਜ਼ਰੂਰੀ ਹੈ। DHT blocker like finasteride, like dutasteride in tablet form। अगर ਤੁਹਾਨੂੰ ਜੂੜਾ ਕਰਕੇ ਸਿਕ ਪੈਟਰਨ ਟ੍ਰੈਕਸ਼ਨ ਐਲੋਪੀਸ਼ੀਆ ਹੈ ਔਰ ਤੁਹਾਨੂੰ ਬਿਲਕੁਲ ਬੋਲਡਨੈਸ ਦਾ ਕੋਈ ਸਾਈਨ ਨਹੀਂ ਹੈ, ਕੋਈ ਫੈਮਿਲੀ ਹਿਸਟਰੀ ਨਹੀਂ ਹੈ, ਫਿਰ DHT ਬਲੋਕਰ ਲੈਣ ਦੀ ਕੋਈ ਜ਼ਰੂਰਤ ਨਹੀਂ ਹੈਗੀ। ਪਹਿਲੇ 6 ਮਹੀਨੇ ਦਵਾਈ ਲੈਣਾ ਬਹੁਤ ਜ਼ਰੂਰੀ ਹੈ, ਕਿਉਂਕਿ ਉਸ ਟਾਈਮ ਤੇ DHT ਦਾ ਅਸਰ ਤੁਹਾਡੇ ਪਲਾਂਟਡ ਵਾਲਾਂ ਤੇ ਵੀ ਪੈ ਰਿਹਾ ਹੈ। ਤੁਹਾਡਾ ਡੋਨਰ ਏਰੀਆ ਪੱਕੀ ਤਰ੍ਹਾਂ ਪਰਮਨੈਂਟ ਨਹੀਂ ਹੁੰਦਾ, ਇਟ ਇਜ਼ ਓਨਲੀ ਰਿਲੇਟਿਵਲੀ ਪਰਮਨੈਂਟ। ਸੋ ਵਾਈਲ ਦ ਹੇਅਰ ਆਰ ਗਰੋਇੰਗ, ਦੇਰ ਇਜ਼ ਹਾਫ ਅ ਚਾਂਸ that because of the effect of DHT, male hormone, your grafts will not grow। तो maximum grafts ਨੂੰ grow ਕਰਨ ਵਾਸਤੇ ਤੁਹਾਨੂੰ DHT blocker ਜੋ ਕਿ finasteride ਹੈ ਉਹ 6 ਮਹੀਨੇ ਲੈਣਾ ਚਾਹੀਦਾ ਹੈ। ਉਹਦੇ ਤੋਂ ਬਾਅਦ 6 ਮਹੀਨੇ ਜਦੋਂ ਬੀਤ ਜਾਂਦੇ ਨੇ, ਤੁਹਾਡਾ ਚੰਗਾ ਰਿਜ਼ਲਟ ਆ ਜਾਂਦਾ ਹੈ। ਅਗਰ ਤੁਹਾਡੀ ਹਾਲੇ ਵੀ ਹੇਅਰ ਫਾਲ ਹੋ ਰਹੀ ਹੈ, ਨਵੇਂ ਏਰੀਆਜ਼ ਡਿਵੈਲਪ ਹੋ ਰਹੇ ਨੇ, ਤੇ ਐਡਵਾਈਜ਼ਡ ਹੈ ਕਿ ਤੁਸੀਂ ਡਾਕਟਰ ਨਾਲ ਮਿਲ ਕੇ ਇੱਕ ਇਹੋ ਜਿਹੀ ਡੋਜ਼, ਲੋ ਡੋਜ਼ ਵਰਕਆਊਟ ਕਰੋ ਜੋ ਕਿ ਤੁਸੀਂ ਲੌਂਗ ਟਰਮ ਲੈ ਸਕਦੇ ਹੋ। ਫਿਨੈਸਟਰਾਈਡ ਤੋਂ ਇਲਾਵਾ ਮਿਨੋਕਸੀਡਿਲ ਇਜ਼ ਨਾਟ ਐਨ ਆਲਟਰਨੇਟਿਵ ਟੂ ਫਿਨੈਸਟਰਾਈਡ। ਇਹ ਫਿਨੈਸਟਰਾਈਡ ਦੀ ਜਗ੍ਹਾ ਤੇ ਨਹੀਂ ਦਿੱਤੀ ਜਾਂਦੀ। ਮਿਨੋਕਸੀਡਿਲ ਸਿਰਫ ਬਲੱਡ ਸਰਕੂਲੇਸ਼ਨ ਵਧਾ ਕੇ ਵਾਲਾਂ ਦੀ ਪ੍ਰੈਜ਼ੈਂਟ ਕੰਡੀਸ਼ਨ ਨੂੰ ਚੰਗਾ ਕਰਦੀ ਹੈ। ਇਹਦੇ ਲੌਂਗ ਟਰਮ ਐਡਵਾਂਟੇजेस ਕੋਈ ਨਹੀਂ ਹੈਗੇ ਜਿਸ ਤਰ੍ਹਾਂ ਫਿਨੈਸਟਰਾਈਡ ਦੇ ਨੇ। ਫਿਨੈਸਟਰਾਈਡ ਫਿਊਚਰ ਡਿਵੈਲਪਮੈਂਟ ਆਫ ਬੋਲਡਨੈਸ ਕਿ ਪ੍ਰੋਗਰੈਸ਼ਨ ਬੋਲਡਨੈਸ ਦੀ ਉਹਨੂੰ ਰੋਕਦੀ ਹੈ। ਮਿਨੋਕਸੀਡਿਲ ਸਿਰਫ ਜਦੋਂ ਤੱਕ ਤੁਹਾਡੇ ਵਾਲ ਹੈਗੇ ਨੇ ਉਹਨਾਂ ਨੂੰ ਚੰਗਾ ਬਣਾ ਕੇ ਰੱਖੇਗੀ। ਸਭ ਤੋਂ ਇੰਪੋਰਟੈਂਟ ਟੇਕ ਹੋਮ ਮੈਸੇਜ ਹੈ ਕਿ ਮਿਨੋਕਸੀਡਿਲ ਫਿਨੈਸਟਰਾਈਡ ਦੀ ਜਗ੍ਹਾ ਤੁਸੀਂ ਨਹੀਂ ਲੈ ਸਕਦੇ। ਇਹਦੇ ਤੋਂ ਇਲਾਵਾ ਅਸੀਂ ਦਿੰਦੇ ਹਾਂ ਬਾਇਓਟਿਨ। ਬਾਇਓਟਿਨ ਇੱਕ ਵਿਟਾਮਿਨ ਹੈ, ਵਿਟਾਮਿਨ B7, ਜੋ ਕਿ ਵਾਲਾਂ ਵਾਸਤੇ ਚੰਗੀ ਮੰਨੀ ਜਾਂਦੀ ਹੈ, ਵਾਲ ਮੋਟੇ ਹੁੰਦੇ ਨੇ ਉਹਦੇ ਨਾਲ। ਔਰ ਬਾਕੀ ਹੋਰ ਵੀ ਟ੍ਰੀਟਮੈਂਟਸ ਹੈਗੀਆਂ ਨੇ ਜਿਸ ਤਰ੍ਹਾਂ PRP, ਡਰਮਾ ਰੋਲਰ, ਲੇਜ਼ਰ ਟ੍ਰੀਟਮੈਂਟ, ਪਰ ਇਹਨਾਂ ਦੀ ਇੰਨੀ ਇੰਪੋਰਟੈਂਸ ਨਹੀਂ ਹੈਗੀ ਇਨ ਮੇਲ ਪੈਟਰਨ ਬੋਲਡਨੈਸ। ਸੋ ਇਹ ਸੀ ਅੱਜ ਦਾ ਰਿਜ਼ਲਟ ਔਰ ਇਹਦੇ ਚੋਂ ਟੇਕ ਹੋਮ ਮੈਸੇਜ ਇਹ ਹੈ ਕਿ ਮੈਡੀਸਨ ਐਂਡ ਗੁੱਡ ਫੋਲੋਅਪ ਕੇਅਰ ਦੇ ਨਾਲ ਹੀ ਤੁਹਾਡਾ हेयर ट्रांसप्लांट ਰਿਜ਼ਲਟ ਚੰਗਾ ਬਣਦਾ ਹੈ ਔਰ ਕਾਫੀ ਸਾਲਾਂ ਤੱਕ ਬਣਿਆ ਰਹਿੰਦਾ ਹੈ। ਅਗਰ ਤੁਸੀਂ ਮੈਡੀਸਨ ਤੋਂ ਬਿਨਾਂ हेयर ट्रांसप्लांट ਕਰਾਓ
ਔਰ ਤੁਹਾਨੂੰ ਮੇਲ ਪੈਟਰਨ ਬਾਲਡਨੈਸ ਹੈਗੀ ਆ, ਐਂਡਰੋਜੈਨੇਟਿਕ ਐਲੋਪੀਸ਼ੀਆ, ਗੰਜਾਪਨ, ਤੁਸੀਂ ਮੈਡੀਸਨ ਨਹੀਂ ਲੈਣਾ ਚਾਹੁੰਦੇ, ਫਿਰ ਤੁਹਾਨੂੰ ਹੇਅਰ ਟ੍ਰਾਂਸਪਲਾਂਟ ਕਰਾਉਣਾ ਨਹੀਂ ਚਾਹੀਦਾ। ਅਦਰਵਾਈਜ਼ ਤੁਹਾਨੂੰ ਕਾਫੀ ਦੁੱਖ ਹੋਏਗਾ ਜਦੋਂ ਤੁਹਾਡੇ ਵਾਲ ਪਤਲੇ ਹੋ ਜਾਣਗੇ, ਬਾਕੀ ਦੇ ਵਾਲ ਝੜ ਜਾਣਗੇ ਔਰ ਡੋਨਰ ਏਰੀਆ ਨਹੀਂ ਬਚਿਆ ਹੋਏਗਾ। ਤੁਸੀਂ ਪਛਤਾਓਗੇ ਕਿ ਮੈਂ ਇਸ ਰਸਤੇ ਚੱਲਿਆ ਹੀ ਕਿਉਂ। ਸੋ ਥੈਂਕ ਯੂ ਫॉर ਵਾਚਿੰਗ। ਅਗਰ ਤੁਹਾਨੂੰ ਕੋਈ ਕੁਐਸਚਨ ਹੈ, ਕੋਈ ਡਾਊਟ ਹੈ ਤੁਹਾਡੇ ਮਨ 'ਚ, ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਅਬਾਊਟ ਹੇਅਰ ਲਾਸ, ਹੇਅਰ ਟ੍ਰਾਂਸਪਲਾਂਟ, ਮੇਲ ਪੈਟਰਨ ਬਾਲਡਨੈਸ, ਐਂਡਰੋਜੈਨੇਟਿਕ ਐਲੋਪੀਸ਼ੀਆ, ਸਿਕ ਪੈਟਰਨ ਟ੍ਰੈਕਸ਼ਨ ਐਲੋਪੀਸ਼ੀਆ, ਹੇਅਰ ਲਾਸ ਮੈਡੀਕੇਸ਼ਨ, ਤੇ ਮੈਨੂੰ ਇੱਕ ਮੈਸੇਜ ਪਾ ਦਿਓ ਇਨ ਦ ਕਮੈਂਟ ਸੈਕਸ਼ਨ ਬਿਲੋ ਐਂਡ ਆਈਲ ਰਿਪਲਾਈ ਬੈਕ ਟੂ ਯੂ। ਹੈਵ ਅ ਨਾਈਸ ਡੇ। ਸਤਿ ਸ਼੍ਰੀ ਅਕਾਲ, ਨਮਸਕਾਰ।